ਭਾਰਤ ਦੀ ਫਾਰਮਾ ਇੰਡਸਟਰੀ ਇੱਕ ਅਜਿਹੀ ਮਸ਼ੀਨ ਜਿਸ ਤੇ ਦੁਨੀਆ ਭਰ ਦੇ ਲੋਕਾਂ ਦੀ ਸਿਹਤ ਟਿਕੀ ਹੋਈ ਹੈ। ਪਰ ਇਹ ਚੱਲਦੀ ਕਿਵੇਂ ਹੈ? ਅੱਜ ਆਪਾਂ ਇਸੇ ਗੁੰਝਲਦਾਰ ਸਿਸਟਮ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਸਮਝਾਂਗੇ। ਚਲੋ ਸ਼ੁਰੂਆਤ ਕਰਦੇ ਹਾਂ ਇੱਕ ਕਹਾਣੀ ਨਾਲ। ਇੱਕ ਐਸੀ ਕਹਾਣੀ ਜਿਸ ਨੇ ਹਾਲ ਹੀ ਵਿੱਚ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਹ ਕਹਾਣੀ ਸ਼ੁਰੂ ਹੁੰਦੀ ਹੈ 1 ਨੰਬਰ ਤੋਂ। 51 ਜੀ ਹਾਂ, ਪੂਰੀਆਂ 51 ਬਿਲਕੁਲ ਨਵੀਆਂ ਲਗਜ਼ਰੀ ਗੱਡੀਆਂ। ਇਹ ਕੋਈ ਲੋਟਰੀ ਨਹੀਂ ਬਲਕਿ ਇੱਕ ਕੰਪਨੀ ਮਾਲਿਕ ਵੱਲੋਂ ਆਪਣੇ ਕਰਮਚਾਰੀਆਂ ਨੂੰ ਦਿੱਤਾ ਗਿਆ ਤੋਹਫਾ ਸੀ। ਦ ਇਕਨੋਮਿਕ ਟਾਈਮਜ਼ ਨੇ ਵੀ ਲਿਖਿਆ ਕਿ ਇਸ ਖਬਰ ਨੇ ਇੰਟਰਨੈਟ ਨੂੰ ਹੈਰਾਨ ਕਰ ਦਿੱਤਾ। ਇਹ ਸਨ ਸਮਿਥਸ ਗਰੁੱਪ ਦੇ ਮਾਲਕ M.K. ਭਾਟੀਆ, ਜਿਨ੍ਹਾਂ ਨੇ ਆਪਣੇ ਸਭ ਤੋਂ ਵਧੀਆ ਕਰਮਚਾਰੀਆਂ ਨੂੰ ਇਹ ਸ਼ਾਨਦਾਰ ਇਨਾਮ ਦੇ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਪਰ ਸਵਾਲ ਇਹ ਉੱਠਦਾ ਕਿ ਆਖਰ ਇਹ ਕਿਹੋ ਜਿਹੀ ਇੰਡਸਟਰੀ ਹੈ ਜਿੱਥੇ ਇਸ ਪੱਧਰ ਦੀ ਕਾਮਯਾਬੀ ਮਿਲ ਸਕਦੀ ਹੈ? ਦੇਖੋ, ਇਹ ਕਹਾਣੀ ਸਿਰਫ ਇੱਕ ਬੰਦੇ ਦੀ ਸਫਲਤਾ ਦੀ ਨਹੀਂ, ਇਹ ਤਾਂ ਉਸ ਪੂਰੇ ਸਿਸਟਮ ਦੀ ਤਾਕਤ ਦਿਖਾਉਂਦੀ ਹੈ ਜੋ ਉਸ ਦੇ ਪਿੱਛੇ ਖੜਾ ਹੈ। ਤਾਂ ਫਿਰ ਇਸ ਸਫਲਤਾ ਦਾ ਰਾਜ਼ ਕੀ ਹੈ? ਇਸ ਕਿਵੇਂ ਨੂੰ ਸਮਝਣ ਲਈ ਸਾਨੂੰ ਪਹਿਲਾਂ ਕਿੱਥੇ ਨੂੰ ਸਮਝਣਾ ਪਵੇਗਾ, ਯਾਨੀ ਉਹ ਜਗ੍ਹਾ ਜਿੱਥੇ ਸਭ ਕੁਝ ਹੁੰਦਾ ਹੈ। ਅਤੇ ਇਸ ਦਾ ਜਵਾਬ ਮਿਲਦਾ ਹੈ ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਸ਼ਹਿਰ ਬੱਦੀ ਵਿੱਚ। ਨਾ ਭਾਵੇਂ ਛੋਟਾ ਹੋਵੇ, ਪਰ ਇਹ ਏਸ਼ੀਆ ਦਾ ਸਭ ਤੋਂ ਵੱਡਾ ਫਾਰਮਾਸਿਊਟੀਕਲ ਹੱਬ ਹੈ। 3120। ਸੋਚੋ, ਇੱਕ ਛੋਟੇ ਜਿਹੇ ਸ਼ਹਿਰ ਵਿੱਚ 3000 ਤੋਂ ਵੱਧ ਫੈਕਟਰੀਆਂ, ਜ਼ਿਆਦਾਤਰ ਦਵਾਈਆਂ ਦੀਆਂ ਨੇ ਤੇ ਕੁਝ ਟੈਕਸਟਾਈਲ ਦੀਆਂ ਵੀ। ਅਤੇ ਇਹ ਸਾਰੀਆਂ ਫੈਕਟਰੀਆਂ ਮਿਲ ਕੇ ਜੋ ਕਾਰੋਬਾਰ ਕਰਦੀਆਂ ਨੇ, ਉਹ ਅੰਕੜਾ ਤਾਂ ਹੋਰ ਵੀ ਹੈਰਾਨ ਕਰਨ ਵਾਲਾ ਹੈ। 60,000 ਕਰੋੜ ਰੁਪਏ ਹਰ ਸਾਲ। ਇਹ ਰਕਮ ਇੰਨੀ ਜ਼ਿਆਦਾ ਹੈ ਕਿ ਕਈ ਛੋਟੇ ਦੇਸ਼ਾਂ ਦੀ ਕੁੱਲ ਆਮਦਨ ਵੀ ਇਸ ਤੋਂ ਘੱਟ ਹੋਵੇਗੀ। ਇੱਥੇ ਤੁਹਾਨੂੰ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਮਿਲਣਗੀਆਂ। ਸਿਪਲਾ, ਡਾਕਟਰ ਰੈਡੀਜ਼ ਲੈਬੋਰੇਟਰੀਜ਼, ਕੈਡਿਲਾ, ਟੋਰੈਂਟ, ਇਹ ਸਾਰੇ ਵੱਡੇ ਨਾਂ ਇੱਥੇ ਮੌਜੂਦ ਨੇ। ਇਸੇ ਕਰਕੇ ਬੱਦੀ ਦੁਨੀਆ ਭਰ ਵਿੱਚ ਦਵਾਈਆਂ ਭੇਜਣ ਦਾ ਇੱਕ ਬਹੁਤ ਵੱਡਾ ਸੈਂਟਰ ਬਣ ਗਿਆ ਹੈ। ਖੈਰ, ਜਦੋਂ ਕੋਈ ਇੰਡਸਟਰੀ ਇੰਨੀ ਵੱਡੀ ਤੇ ਇੰਨੀ ਮਹੱਤਵਪੂਰਨ ਹੋਵੇ ਤਾਂ ਉਸ ਨੂੰ ਚਲਾਉਣ ਲਈ ਨਿਯਮ ਕਾਨੂੰਨ ਵੀ ਓਨੇ ਹੀ ਸਖਤ ਹੁੰਦੇ ਨੇ। ਇਹ ਇੱਕ ਅਜਿਹੀ ਖੇਡ ਹੈ ਜਿਸ ਦੇ ਨਿਯਮ ਬਹੁਤ ਗੁੰਝਲਦਾਰ ਹਨ। ਤੁਸੀਂ ਦੇਖੋ, ਇੱਕ ਛੋਟਾ ਜਿਹਾ ਮੈਡੀਕਲ ਸਟੋਰ ਖੋਲ੍ਹਣਾ ਵੀ ਕੋਈ ਸੌਖਾ ਕੰਮ ਨਹੀਂ। ਪਹਿਲਾਂ ਤਾਂ ਇਸ ਤਰ੍ਹਾਂ ਦੇ ਸਰਕਾਰੀ ਆਨਲਾਈਨ ਪੋਰਟਲ ਤੇ ਅਪਲਾਈ ਕਰਨਾ ਪੈਂਦਾ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ। ਪੂਰੀ ਪ੍ਰਕਿਰਿਆ ਕਈ ਸਟੈਪਸ ਵਿੱਚ ਵੰਡੀ ਹੋਈ ਹੈ। ਪਹਿਲਾਂ ਆਨਲਾਈਨ ਅਪਲਾਈ ਕਰੋ, ਫਿਰ ਸਾਰੇ ਕਾਗਜ਼ ਪੱਤਰ ਅਪਲੋਡ ਕਰੋ। ਉਸ ਤੋਂ ਬਾਅਦ ਇੱਕ ਡਰੱਗ ਇੰਸਪੈਕਟਰ ਆ ਕੇ ਤੁਹਾਡੀ ਜਗ੍ਹਾ ਦੀ ਜਾਂਚ ਕਰੇਗਾ ਅਤੇ ਫਿਰ ਕਿਤੇ ਜਾ ਕੇ ਫਾਈਨਲ ਮਨਜ਼ੂਰੀ ਮਿਲੇਗੀ। ਅਤੇ ਕਾਗਜ਼ਾਂ ਦੀ ਲਿਸਟ ਤਾਂ ਦੇਖੋ, ਫਾਰਮ 19, ਦੁਕਾਨ ਦਾ ਨਕਸ਼ਾ, ਮਾਲਕੀ ਦੇ ਕਾਗਜ਼, ਹਲਫੀਆ ਬਿਆਨ ਕਿ ਕੋਈ ਕੇਸ ਨਹੀਂ ਚੱਲ ਰਿਹਾ, ਟੈਕਸ ਦੀਆਂ ਰਸੀਦਾਂ, ਇੱਥੋਂ ਤੱਕ ਕਿ ਦੁਕਾਨ ਵਿੱਚ ਲੱਗੇ ਫ੍ਰਿਜ ਤੇ ਏਸੀ ਦੇ ਬਿੱਲ ਵੀ, ਨਾਲੇ ਸਟਾਫ ਦੀਆਂ ਡਿਗਰੀਆਂ। ਮਤਲਬ ਕਾਗਜ਼ਾਂ ਦਾ ਪੂਰਾ ਪਹਾੜ ਹੈ। ਅੱਛਾ, ਇਹ ਤਾਂ ਹੋ ਗਈ ਨਿਯਮ ਕਾਨੂੰਨ, ਪਰ ਇਸ ਪੂਰੇ ਸਿਸਟਮ ਨੂੰ ਚਲਾਉਂਦਾ ਕੌਣ ਹੈ? ਆਓ ਹੁਣ ਉਹਨਾਂ ਲੋਕਾਂ ਦੀ ਗੱਲ ਕਰੀਏ ਜੋ ਇਸ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹਨ। ਇੱਕ ਬਹੁਤ ਹੀ ਮਹੱਤਵਪੂਰਨ ਰੋਲ ਹੈ ਫਾਰਮਾਸਿਊਟੀਕਲ ਸੇਲਸ ਰਿਪਰੈਜ਼ੈਂਟੇਟਿਵ ਦਾ। ਇਹ ਉਹ ਲੋਕ ਨੇ ਜੋ ਫੈਕਟਰੀ ਅਤੇ ਡਾਕਟਰ ਦੇ ਕਲੀਨਿਕ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਨੇ। ਹੁਣ ਇਸ ਫੀਲਡ ਵਿੱਚ ਨੌਕਰੀ ਲੈਣੀ ਹੋਵੇ ਤਾਂ ਇੰਟਰਵਿਊ ਵਿੱਚ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਲਈ ਇੱਕ ਖਾਸ ਤਕਨੀਕ ਵਰਤੀ ਜਾਂਦੀ ਹੈ। ਇਸ ਨੂੰ ਕਹਿੰਦੇ ਨੇ ਸਟਾਰ ਮੈਥਡ। ਇਹ ਤਰੀਕਾ ਇਹ ਦੱਸਣ ਵਿੱਚ ਮਦਦ ਕਰਦਾ ਹੈ ਕਿ ਤੁਸੀਂ ਪਹਿਲਾਂ ਕੀ ਕੰਮ ਕੀਤਾ ਹੈ ਅਤੇ ਉਸ ਦੇ ਕੀ ਨਤੀਜੇ ਰਹੇ। ਜਿਵੇਂ ਇਸ ਉਦਾਹਰਣ ਵਿੱਚ ਟਾਸਕ ਯਾਨੀ ਕੰਮ ਸੀ ਸੋਸ਼ਲ ਮੀਡੀਆ ਤੇ ਕੰਪਨੀ ਦੀ ਪਹੁੰਚ ਵਧਾਉਣਾ। ਐਕਸ਼ਨ ਯਾਨੀ ਜੋ ਕਦਮ ਚੁੱਕੇ ਗਏ ਉਹ ਸੀ ਪੂਰੇ ਕੰਟੈਂਟ ਨੂੰ ਦੇਖਣਾ, ਗਾਹਕਾਂ ਨੂੰ ਸਮਝਣਾ ਤੇ ਇੱਕ ਨਵਾਂ ਪਲੇਟਫਾਰਮ ਸੁਝਾਉਣਾ। ਅਤੇ ਰਿਜ਼ਲਟ ਕੀ ਨਿਕਲਿਆ? 3 ਮਹੀਨਿਆਂ ਵਿੱਚ 40% ਦਾ ਵਾਧਾ। ਦੇਖੋ, ਇਸ ਤਰ੍ਹਾਂ ਆਪਣੀ ਗੱਲ ਰੱਖਣ ਨਾਲ ਸਾਹਮਣੇ ਵਾਲੇ ਤੇ ਅਸਰ ਪੈਂਦਾ ਹੈ। ਅਤੇ ਹਾਂ, ਜਦੋਂ ਨੌਕਰੀ ਮਿਲ ਜਾਵੇ ਤਾਂ ਗੱਲ ਇੱਥੇ ਖਤਮ ਨਹੀਂ ਹੁੰਦੀ। ਫਿਰ ਸ਼ੁਰੂ ਹੁੰਦੀ ਹੈ ਸੈਲਰੀ ਦੀ ਗੱਲਬਾਤ। ਕੀ ਬੇਸਿਕ ਸੈਲਰੀ ਵੱਧ ਸਕਦੀ ਹੈ? ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਇੰਡਸਟਰੀ ਵਿੱਚ ਪੈਸਾ ਸਿਰਫ ਤਨਖਾਹ ਨਹੀਂ ਬਲਕਿ ਬਹੁਤ ਸਾਰੇ ਇਨਸੈਂਟਿਵਸ ਅਤੇ ਬੋਨਸ ਤੇ ਵੀ ਨਿਰਭਰ ਕਰਦਾ ਹੈ। ਚਲੋ ਹੁਣ ਗੱਲ ਕਰਦੇ ਹਾਂ ਸਭ ਤੋਂ ਅਹਿਮ ਮੁੱਦੇ ਦੀ। ਉਹ ਮੁੱਦਾ ਜਿਸ ਕਰਕੇ ਇਹ ਸਾਰੇ ਨਿਯਮ, ਇਹ ਸਾਰੀ ਸਖਤੀ ਅਤੇ ਇਹ ਸਾਰੀ ਮਿਹਨਤ ਇੰਨੀ ਜ਼ਰੂਰੀ ਹੈ। ਇਹ ਡਿਗਰੀਆਂ ਦਾ ਮਾਮਲਾ ਹੈ, ਜਿੱਥੇ ਇੱਕ ਛੋਟੀ ਜਿਹੀ ਗਲਤੀ ਵੀ ਬਹੁਤ ਭਾਰੀ ਪੈ ਸਕਦੀ ਹੈ। 50%। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਅੱਧੀਆਂ ਵੈਕਸੀਨਾਂ ਖਰਾਬ ਹੋ ਜਾਂਦੀਆਂ ਹਨ, ਸਿਰਫ ਇਸ ਲਈ ਕਿਉਂਕਿ ਉਹਨਾਂ ਨੂੰ ਸਹੀ ਤਾਪਮਾਨ ਤੇ ਨਹੀਂ ਰੱਖਿਆ ਜਾਂਦਾ। ਇਹ ਸਿਰਫ ਦਵਾਈਆਂ ਦੀ ਬਰਬਾਦੀ ਨਹੀਂ, ਇਹ ਜਾਨਾਂ ਦੀ ਬਰਬਾਦੀ ਹੈ।
ਦੇਖੋ, ਅੱਜਕੱਲ ਦੀਆਂ ਬਹੁਤ ਸਾਰੀਆਂ ਦਵਾਈਆਂ ਜਿਵੇਂ ਇਨਸੂਲਿਨ ਜਾਂ ਵੈਕਸੀਨ ਬਹੁਤ ਨਾਜ਼ੁਕ ਹੁੰਦੀਆਂ ਹਨ। ਉਹਨਾਂ ਨੂੰ ਬਿਲਕੁਲ ਸਹੀ ਤਾਪਮਾਨ ਤੇ ਰੱਖਣਾ ਪੈਂਦਾ ਹੈ। ਜਿਵੇਂ ਕੁਝ ਦਵਾਈਆਂ ਨੂੰ 2 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ, ਕੁਝ ਨੂੰ -20 ਡਿਗਰੀ ਤੋਂ ਵੀ ਹੇਠਾਂ ਤੇ ਕੁਝ ਵੈਕਸੀਨਾਂ ਨੂੰ ਤਾਂ -80 ਡਿਗਰੀ ਤੇ ਰੱਖਣਾ ਪੈਂਦਾ ਹੈ। ਜੇ ਤਾਪਮਾਨ ਥੋੜਾ ਜਿਹਾ ਵੀ ਉੱਪਰ ਥੱਲੇ ਹੋਇਆ ਤਾਂ ਦਵਾਈ ਬੇਅਸਰ ਹੋ ਜਾਂਦੀ ਹੈ। ਇਸ ਨਾਲ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਇਹ ਕੰਮ ਕਿੰਨਾ ਜ਼ਿੰਮੇਵਾਰੀ ਵਾਲਾ ਹੈ। ਇੱਕ ਜੀਵਨ ਬਚਾਉਣ ਵਾਲੀ ਦਵਾਈ ਅਤੇ ਇੱਕ ਖਤਰਨਾਕ ਪਦਾਰਥ ਵਿੱਚ ਫਰਕ ਬਹੁਤ ਮਾਮੂਲੀ ਹੋ ਸਕਦਾ ਹੈ। ਇਸੇ ਲਈ ਦਵਾਈਆਂ ਨੂੰ ਸੰਭਾਲਣ ਵਿੱਚ ਸਟੀਕਤਾ ਅਤੇ ਨਿਯਮਾਂ ਦੀ ਪਾਲਣਾ ਇਹ ਸਿੱਧਾ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਤਾਂ ਫਿਰ ਬੱਦੀ ਦੀ ਇੱਕ ਛੋਟੀ ਜਿਹੀ ਫੈਕਟਰੀ ਵਿੱਚ ਬਣੀ ਗੋਲੀ ਤੋਂ ਲੈ ਕੇ ਦੁਨੀਆ ਭਰ ਵਿੱਚ ਫੈਲੀ ਸਪਲਾਈ ਚੇਨ ਤੱਕ ਭਾਰਤ ਦੀ ਇਹ ਫਾਰਮਾ ਮਸ਼ੀਨ ਅਰਬਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੁੜੀ ਹੋਈ ਹੈ। ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਅਗਲਾ ਕਦਮ ਕੀ ਹੋਵੇਗਾ?